ਵਾਹਿਗੁਰੂ 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 ਵਾਹਿਗੁਰੂ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਦੁਨੀਆ ਨੂੰ ਤਾਰਨ ਲਈ, ਭੁੱਲੇ ਭਟਕਿਆਂ ਨੂੰ ਸਹੀ ਰਸਤੇ ਤੇ ਲਿਆਉਣ ਲਈ, ਭਰਮ ਵਹਿਮਾਂ ਵਿੱਚ ਉਲਝੀ ਹੋਈ ਦੁਨੀਆ ਨੂੰ ਸੱਚ ਦਾ ਮਾਰਗ ਦਰਸਾਉਣ ਲਈ ਸਤਿਗੁਰੂ ਜੀ ਦੂਜੀ ਉਦਾਸੀ ਧਾਰਨ ਕਰਦੇ ਨੇ। ਮੇਰੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦਿਆਂ ਤਿਲੰਗ ਪਿੰਡ ਵਿੱਚ ਜਾਂਦੇ ਨੇ। ਨਗਰ ਦੇ ਦੁਆਲੇ ਇੱਕ ਬੜਾ ਸੋਹਣਾ ਬਾਗ ਸੀ, ਜਿਹੜਾ ਕਿ ਰਾਮ ਚੰਦ ਖੋਸਲਾ ਖੱਤਰੀ ਦਾ ਆਪਣਾ ਬਾਗ ਸੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਬਾਗ ਦੇ ਵਿੱਚ ਜਾ ਕੇ ਆਸਣ ਲਾ ਲਿਆ। ਧੰਨ ਭਾਈ ਮਰਦਾਨਾ ਜੀ ਨਾਲ ਨੇ, ਧੰਨ ਭਾਈ ਬਾਲਾ ਜੀ ਨਾਲ ਨੇ। ਸਤਿਗੁਰੂ ਜੀ ਬਾਗ ਵਿੱਚ ਬੈਠ ਗਏ, ਪਰਮਾਤਮਾ ਦਾ ਗਾਇਨ ਕਰਨਾ ਸ਼ੁਰੂ ਕਰ ਦਿੱਤਾ। ਪਰਮਾਤਮਾ ਨੂੰ ਯਾਦ ਕੀਤਾ, ਰਬਾਬ ਵੱਜੀ, ਬਾਣੀ ਦੀ ਧੁਨ ਛਿੜੀ। ਉੱਡਦੇ ਹੋਏ ਪੰਛੀ ਵੀ ਬਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੈਠ ਗਏ। ਕਿਸੇ ਨੇ ਜਾ ਕੇ ਰਾਮ ਚੰਦ ਖੋਸਲੇ ਖੱਤਰੀ ਨੂੰ ਦੱਸਿਆ ਕਿ ਭਾਈ ਤੇਰੇ ਬਾਗ ਵਿੱਚ 3 ਅਤੀਤ ਬੈਠੇ ਨੇ, ਪਰ ਕੰਮ ਸਵਾਲੀ ਨੇ। ਜੋ ਉਹ ਬੋਲ ਰਹੇ ਨੇ ਉਹਨਾਂ ਬੋਲਾਂ ਵਿੱਚ ਮਿਠਾਸ ਬੜੀ ਹੈ, ਆਨੰਦ ਬੜਾ ਹੈ। ਇਸ ਰਾਮਚੰਦ ਖੋਸਲੇ ਖੱਤਰੀ ਨੇ ਪਰਿਵਾਰ ਸਮੇਤ ਤਿਆਰੀ ਕਰ ਲਈ ਕਿ ਗੁਰੂ ਸਾਹਿਬ ਦੇ ਦੀਦਾਰ ਕਰਾਂ। ਕੌਣ ਨੇ ਇਹ 3 ਅਤੀਤ ਜਿਨ੍ਹਾਂ ਦੀ ਰਸਨਾ ਤੋਂ ਆਇਆ ਹੋਇਆ ਬੋਲ ਵੀ ਮਨ ਨੂੰ ਆਨੰਦ ਦਿੰਦਾ ਹੈ। ਸਤਿਗੁਰੂ ਜੀ ਦੇ ਕੋਲ ਪਹੁੰਚਿਆ, ਪਰਿਵਾਰ ਸਮੇਤ ਆ ਕੇ ਮੱਥਾ ਟੇਕਿਆ, ਅਰਦਾਸ ਕੀਤੀ, ਹੈ ਦੀਨ ਦਿਆਲ ਜੀ ਆਪ ਬਚਨ ਕਰੋ ਜੋ ਕਿ ਮੈਂ ਆਪ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਵਾਵਾਂ। ਕਿਉਂਕਿ ਇਸ ਖੋਸਲੇ ਖੱਤਰੀ ਨੇ ਬਹੁਤ ਵਾਰ ਸਾਧੂਆਂ ਦੀ ਸੇਵਾ ਕੀਤੀ ਸੀ, ਬੜੇ ਸਾਧੂਆਂ ਨੂੰ ਭੋਜਨ ਛਕਾਇਆ ਸੀ, ਪਰ ਇਹਦੇ ਮਨ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਸੀ। ਖੋਸਲੇ ਖੱਤਰੀ ਦਾ ਸਦਾ ਵਰਤ ਲੱਗਾ ਰਹਿੰਦਾ ਸੀ। ਪਰ ਸਤਿਗੁਰੂ ਜੀ ਬੜੇ ਸਾਧੂ ਆਏ ਨੇ, ਮੇਰੇ ਮਨ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਹੈ। ਆਪ ਜੀ ਦੇ ਦਰਸ਼ਨ ਕੀਤੇ ਨੇ, ਮਨ ਨੂੰ ਆਨੰਦ ਆਇਆ ਹੈ। ਸਤਿਗੁਰੂ ਦੇ ਦੀਦਾਰ ਕਰਕੇ ਮਨ ਨੂੰ ਸੰਖੂਨ ਆਇਆ। ਛੇਤੀ ਨਾਲ ਆਦਮੀਆਂ ਨੂੰ ਆਖਿਆ ਘਰ ਜਾਓ, 36 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਇਹਨਾਂ ਸਾਧੂਆਂ ਵਾਸਤੇ ਲੈ ਕੇ ਆਓ। ਅੱਗੇ ਮੈਂ ਬਹੁਤ ਦੇਖੇ ਹਨ, ਮਾਇਆ ਵਿੱਚ ਬੰਧੇ ਹੋਏ ਹੀ ਮਿਲੇ ਨੇ। ਇਹ ਅਤੀਤ ਨਿਰੰਕਾਰ ਦੇ ਸਵਾਲੀ ਹਨ, ਮੈਨੂੰ ਇਹ ਨਿਰੰਕਾਰ ਨਜ਼ਰ ਆ ਰਹੇ ਹਨ। ਉਸ ਦੇ ਗੁਮਸ਼ਤੇ ਜਾਏ ਕਰ ਪ੍ਰਸ਼ਾਦਾ ਤਿਆਰ ਕਰਕੇ ਲੈ ਆਏ। ਪ੍ਰਸ਼ਾਦਾ ਗੁਰੂ ਸਾਹਿਬ ਜੀ ਅੱਗੇ ਰੱਖ ਦਿੱਤਾ, ਹੱਥ ਜੋੜ ਕੇ ਅਰਦਾਸ ਕੀਤੀ, ਪਾਤਸ਼ਾਹ ਜੀ ਪ੍ਰਸ਼ਾਦ ਨਿਰੰਕਾਰ ਜੀ ਨੇ ਭੇਜਿਆ ਹੈ, ਆਪ ਛਕੋ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਾਈ ਇਹ ਨਾਲ ਤੇਰੇ ਕੌਣ ਨੇ? ਰਾਮਚੰਦ ਖੋਸਲੇ ਖੱਤਰੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜੀ ਇਹ ਮੇਰੇ ਸੰਬੰਧੀ ਨੇ। ਮਾਤਾ ਹੈ, ਪਿਤਾ ਹੈ, ਪੁੱਤ ਹੈ, ਸਸੁਰਾ ਹੈ, ਸਾਲਾ ਹੈ, ਇਹ ਸਾਰਾ ਕੁਟੁੰਬ ਮੇਰਾ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਮਰਦਾਨਿਆਂ ਪ੍ਰਸ਼ਾਦ ਬਾਅਦ ਵਿੱਚ ਛਕਾਂਗੇ। ਰਬਾਬ ਦੀ ਤਾਰ ਛੇੜ। ਸਤਿਗੁਰੂ ਜੀ ਕਿਹੜੇ ਰਾਗ ਅੰਦਰ? ਗੌੜੀ ਰਾਗ ਅੰਦਰ। ਸਤਿਗੁਰੂ ਜੀ ਦੀ ਰਸਨਾ ਤੋਂ ਸ਼ਬਦ ਆਇਆ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ। ਕਹਿਣਾ ਹੈ ਕਿਛ ਕਹਿਨ न जाए, तौ कुदरत कीमत नहीं पाए।
रहाओ सरम सुरत दोए ससुर भये, करनी कामन कर मन ले, साहा संजोग वियाह विजोग, सच संतत कहो नानक जोग। बाबे ने ये शब्द किया तां सारे साख संबंधी गुरु साहब दे चरना ते टै पे। खोसला खत्री आखन लगा, सतगुरु जी गरीब नवाज मेरा जियो उधार करो, मेरे ते किरपा कर दियो, प्रसाद मूँह विच पावो। तां गुरु जी ने प्रसाद वरताया, आप भी थोड़ा अपने मुख विच पाया, बाकी उस खत्री नूं खिलाया। जद उसने प्रसाद खादा तां उसदी मत उजल होर दी होर हो गई। मर्दाने कहा, जी तुसां इस उत्ते बड़ी वड्डी मेहरबानी कीती है। तां गुरु नानक जी कहा, मर्दानिया माया वड्डी चंगी है, ये भला कर्म नहीं करन दिंदी। जिस ते परमेश्वर दयाल हुंदा है सो ये माया नूं वंड के खांदा है अते मन नीवा रखदा है। एक देवना एक आजिज करनी ये वड्डी किरपा है। चार पैर इसदी साडी गोश्त होनी सी, इस वास्ते असी इस दे पिंड तिलंग पहुंचे हाँ। उत्थे गुरु नानक जी बैठे रहे। खोसला खत्री अपने कुटुंबियां समेत घर गया। ज्यों घर गया इसदा जियो काला पिया तां इसदी मौत हो गई, संसार तो चलिया गया। आके गुरु नानक जी नूं संगी ने खबर कीती, महाराज जो रामचंद खोसरा खत्री आप जी नूं प्रसादा छका के गया है वो इस समय चढ़ाई कर चुका है। धन गुरु नानक साहब महाराज जी भाई मर्दाने बाले समेत ओदे घर चले गए। की देखदे ने सारे जीव कुटुंबी उसदा वरलाप कर रहे ने, रो रहे ने, पुब्बां वजियां होइयां ने। मेरे सतगुरु जी बैठ गए, आखन लगे, मर्दानिया रबाब दी तार छेड़, इन्हां नूं ज्ञान दे के जाइए। सतगुरु किस तरह रबाब दी तार छेड़ा, इन्हां दा पिता चलिया गया है, पति चलिया गया है। महाराज जी किस तरह तार दी रबाब नूं वजावां। सतगुर आखन लगे, मर्दानिया उस अकाल पुरख दा हुक्म है, जो जीव जन्म लैंदा है उसनूं जाना पैंदा है। महाराज जी किहड़े राग विच उस समय गुरु नानक साहब जी वडहंस राग विच तार छेड़न वास्ते कहंदे ने। बाणी आउंदी है राग वडहंस महला पहला, कर पंजवां अलाहणियां एक ओंकार सतगुर प्रसाद। धन सरिंदा सच्चा पातशाह जिन जग धंधे लाया, मोहलत पुन्नी भाई भरी जानीड़ा घत चलाया। जानी घत चलाया लिखिया आया, रुन्ने वीर सभाए, काया हंस थिया विछोड़ा, जा दिन पुन्ने मेरी माए। जेहा लिखिया तेहा पाया, जेहा पुरब कमाया। धन सरिंदा सच्चा पातशाह जिन जग धंधे लाया। साहिब सिमरो मेरे भाईओ, सबना एह पे आना, इत्थे धंधा कूड़ा चार, दह आगे सर पर जाना। आगे सर पर जाना ज्यों मेहमाना, काहे गारब कीचै। जित सेवे दरगह सुख पाइए, नाम तिसे का लीजै। आगे हुक्म न चलै मूले, सिर सिर क्या विहाना। साहिब सिमरो मेरे भाईओ, सबना एहो पे आना। जो तिस भावै समरथ सो, थीए हिलड़ा ए संसारो। जल थल महियल रव रहया, साचड़ा सिरजनहारो। साचा सिरजनहारो अलख अपारो, तांका अंत न पाया। आया तिनका सफल पया है, एक मन जिनी ध्याया। ढाहे ढाहे उसारे आपे, हुक्म सवारन हारो। जो तिस भावै समरथ सो थीए, हिलड़ा ये संसारो। नानक रुन्ना बाबा जानिए, जे रोवे लाए प्यारो। वा लेवे कारण बाबा रोइए, रोवन सगल बिकारो। रोवन सगल बिकारो, गाफल संसारो।
माया कारण रोवै। चंगा मंदा के सूझै नाही, एहो तन इवै खोवै। ऐथे आया सब को जासी, कूड़ करो अहंकारो। नानक रुन्ना बाबा जानिए, जे रोवै लाए प्यारो। सतगुरु जी ने हुक्म कीता वडहंस महला पहला, आवो मिलो सहेलियो सचड़ा नाम लए हाँ। रोवो बिरहा तन का अपना साहिब संभाले हाँ। साहिब संभाले पंथ निहाले, असां पे उथे जाना। जिसका किया तिन ही लिया, हुआ तिसे का पाना। जो तिन कर पाया सो आगे आया, असी के हुक्म करे हाँ। आवो मिलो सहेलियो सचड़ा नाम लए हाँ। मरण न मंदा लोकां आखिए, जे मर जाने ऐसा कोए। सेवियो सहब समरथ अपना, पंथ सुहेलै आगे होए। पंथ सुहेलै जावो तां फल पावो, अगे मिलै वडाई। भेटै स्यों जावो सच समावो, तां पत लेखै पाई। महली जाए भावो खसमै भावो, रंग सोरलियां माणै। मरण ना मंदा लोकां आखिए, जे कोई मर जाने। मरण मुनसा सूर्या हक है, जो होए मरण परवाणो। सूरे सेई आगे आखिए, दरगह पावै साची मानो। दरगह मान पावे पत स्यों जावे, आगे दुख न लागै। कर एक ध्यावै तां फल पावे, जित सेवे भाव लागै। उच्चा नहीं कहना मन में रहना, आपे जाने जानो। मरण मुनसा सूर्या हक है, जो होए मरे परवाणो। नानक किसनू बाबा रोइए, बाजी है एहो संसारो। कीता वेखै साहिब अपना, कुदरत करे विचारो। कुदरत विचारे धारन धारे, जिन किया सो जाने। आपे वेखै आपे बुझै, आपे हुक्म पछाणे। जिन किछ किया सोई जाने, तांका रूप अपारो। नानक किसनू बाबा रोइए है, बाजी है एहो संसारो। फिर महाराज जी ने तीसरा शब्द उच्चारण किया, वडहंस महला पहला दखणी। सच सरिंदा सच्चा जानिए, सचड़ा परवदगारो। जिन अपीने आप साजिया, सचड़ा लख पारो। दोए पर जोड़ विछोड़ियन, गुर बिन घोर अंधारो। सूरज चंद सिरजियन, अहनस चलत विचारो। सचड़ा साहिब सच तू, सचड़ा देह प्यारो। रहाओ तुद सिरजी मेदनी, दुख सुख देवन हारो। नारी पुरख सिरजिया, बिख माया मोह प्यारो। खानी बाणी तेरियां, देह जियां आधारो। कुदरत तख्त रचाया, सच नबेड़न हारो। आवागमन सिरजया, तू थिर करने हारो। जम्मन मरना आए गया, बदक जियो बिकारो। ढूंढड़े नाम विसारिया, बूढ़ड़े क्या तिस चारो। गुण छोड़ बिख लद्या, अवगण का वन जारो। सदड़े आए तिना जानिया, हुक्म सच्चे कर तारो। नारी पुरख विशुनिया, विछड़िया मेलन हारो। रूप न जाने सोहणिए, हुक्म बद्दी सिर कारो। बालक बिरद न जाननी, तोड़न हेत प्यारो। नौ दर ठाके हुक्म सच्चै, हंस गया गै नारे। सा धन छिट्टी, मुट्ठी झूठ विदनिया। मिरत कड़ा अंगनड़े बारे, सुरत मुई मर माइए। महल रुन्नी दरबारे, रोवो कंत महेलियो, सच्चे के गुण सारे। जल मल जानी ना वालिया, कपड़ पट अंबारे। वाजे वजे सच्ची बाणियां, पंच मुए मन मारे। जानी विछुंडड़े मेरा मरण पया, त्रिग जीवन संसारे। जीवत मरै सो जानिए, फिर सचड़ै हेत प्यारे। तुसी रोवो रोवण आइयो, झूठ मुट्ठी संसारे। हौ मुठड़ी तंदे तहावणियां, फिर छोड़ेड़ी विदन कारे। घर कर कंत महेलिए, रूड़े हित प्यारे। मैं फिर सच सलाहना, हौ रहसियड़े नाम पतारे। गुर मिलिया वेश पलटिया, सा तन सच सिंगारो। आवो मिलो सहेलियो, सिमरो सिरजन हारो। बैयर नाम सुहागणी, सच सवारन हारो। गावो गीत न बिरहड़ा, नानक ब्रह्म विचारो। वडहंस महला पहला।
ਸਾਰੇ ਪਰਿਵਾਰ ਦੇ ਜੀ ਰੁਦਨ ਕਰਦੇ ਨੇ। ਫਿਰ ਸਤਿਗੁਰੂ ਜੀ ਆਖਣ ਲੱਗੇ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾ ਨੋਵਾ। ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਨੋਵਾ। ਸੱਚ ਸ਼ਬਦ ਪਛਾਨੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਮੈ ਭਿੜ ਕਾਚੀ। ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹਿ ਵਖਾਣੋ। ਜਿਨ ਜਗ ਥਾਪ ਵਤਾਇਆ, ਜਾਲੋ ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉੱਠ ਚੱਲਣਾ, ਅਧ ਪੰਦੈ ਹੈ ਸੰਸਾਰੋਵਾ। ਸਿਰ ਸਿਰ ਸਚੜੈ ਲਿਖਿਆ, ਦੁਖ ਸੁਖ ਪੁਰਬ ਵਿਚਾਰੋਵਾ। ਦੁਖ ਸੁਖ ਦੀਆ ਜਿਹਾ ਕੀਆ, ਸੋ ਨਿਭੈ ਜੀ ਨਾਲੇ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਹਾਰ ਨਾ ਪਾਲੇ। ਆਪ ਨਰਾਲਮ ਧੰਦੈ ਬਾਧੀ, ਕਰ ਹੁਕਮ ਛਡਾਵਨ ਹਾਰੋ। ਅੱਜ ਕੱਲ ਕਰਦਿਆਂ ਕਾਲ ਬਿਆਪੈ, ਦੂਜੇ ਭਾਏ ਵਿਕਾਰੋ। ਚਮ ਮਾਰਗ ਪੰਥ ਨ ਸੁਝਈ, ਉਜੜ ਅੰਧ ਗੁਬਾਰੋਵਾ। ਨਾ ਜਲ ਲੇ ਫੁਤਲਾਈਆਂ, ਨਾ ਭੋਜਨ ਪ੍ਰਕਾਰੋਵਾ। ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸ਼ਿੰਗਾਰੋ। ਗਲ ਸੰਗਲ ਸਿਰ ਮਾਰੇ ਉਬੋ, ਨਾ ਦਿਸੈ ਘਰ ਬਾਰੋ। ਇਬਕੇ ਰਾਹੇ ਜੰਮਨ ਨਾਹੀ, ਪਛਤਾਣੇ ਸਿਰ ਭਾਰੋ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ। ਬਾਬਾ ਰੋਵੇ ਰਵੇ ਸੁਜਾਣੀ ਹੈ, ਮਿਲ ਰੋਵੈ ਗੁਣ ਸਾਰੇਵਾ। ਰੋਵੈ ਮਾਇਆ ਮੁਠੜੀ, ਧੰਦੜਾ ਰੋਵਨ ਹਾਰੇਵਾ। ਧੰਦਾ ਰੋਵੈ ਮੈਲ ਨ ਧੋਵੈ, ਸੁਪਨੰਤਰ ਸੰਸਾਰੋ। ਜਿਉ ਬਾਜੀ ਗਰ ਭਰਮੈ ਪੂਲੇ, ਝੂਠ ਮੁੱਠੀ ਅਹੰਕਾਰੋ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਧੰਨ ਗੁਰੂ ਨਾਨਕ ਸਾਹਿਬ ਜੀ ਕੀ ਦੇਖਦੇ ਨੇ, ਸਾਰਾ ਪਰਿਵਾਰ ਰੋਂਦਾ ਹੈ। ਵਰਲਾਪ ਕਰਦੈ ਪਤਨੀ ਆਖਦੀ, ਮੈਂ ਮਰ ਜਾਂਦੀ ਤੁਸੀਂ ਨਾ ਜਾਂਦੇ। ਪੁੱਤਰ ਆਖਦਾ, ਪਿਤਾ ਜੀ ਤੁਹਾਨੂੰ ਕੁਛ ਨਾ ਹੁੰਦਾ, ਮੈਂ ਦੁਨੀਆ ਤੋਂ ਚਲਿਆ ਜਾਂਦਾ। ਭਤੀਜੇ ਆਖਦੇ, ਅਸੀਂ ਦੁਨੀਆ ਤੋਂ ਚਲੇ ਜਾਂਦੇ। ਸਤਿਗੁਰੂ ਜੀ ਆਖਣ ਲੱਗੇ, ਇਹ ਸਿਰਫ ਕਹਿਣ ਮਾਤਰ ਗੱਲਾਂ ਨੇ। ਕਿਸੇ ਦੀ ਖਾਤਰ ਕੋਈ ਨਹੀਂ ਮਰਦਾ ਹੈ, ਸਾਨੂੰ ਆਪੋ ਆਪਣੀ ਵਾਰੀ ਜਾਣਾ ਪੈਂਦਾ ਹੈ। ਇਹ ਸਿਰਫ ਤੁਸੀਂ ਕਹਿ ਰਹੇ ਹੋ, ਤੁਸੀਂ ਰੋਂਦੇ ਹੋ, ਤੁਹਾਨੂੰ ਇਸ ਜੀਵ ਦੀ ਘਾਟ ਮਹਿਸੂਸ ਹੋ ਰਹੀ ਹੈ। ਕੰਮ ਕਾਜ ਵਾਸਤੇ ਵਰਲਾਪ ਕਰਦੇ ਹੋ ਕਿ ਅੱਜ ਸਾਡਾ ਪਿਤਾ ਰਾਮਚੰਦ ਖੋਸਰਾ ਖੱਤਰੀ ਚਲਿਆ ਗਿਆ ਹੈ। ਗੁਰੂ ਸਾਹਿਬ ਜੀ ਨੇ ਉਸ ਸਮੇਂ ਫਿਰ ਸ਼ਬਦ ਉਚਾਰਨ ਕੀਤਾ, ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋਵਾ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸੱਚਿਆ ਰੋਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹੈ ਨਾ ਠਾਓ। ਅੰਤਰ ਆਓ ਨਾ ਬੈਸੋ ਕਹੀਐ, ਜਿਉ ਸੁੰਝੈ ਘਰ ਕਾਉ। ਜੰਮਣ ਮਰਨ ਵੱਡਾ ਵਿਛੋੜਾ, ਬਿਨ ਸੇ ਜਗ ਸਭਾਏ। ਲਬ ਤੰਦੈ ਮਾਇਆ ਜਗਤ ਭਲਾਇਆ, ਕਾਲ ਖੜਾ ਰੂਆਏ। ਬਾਬਾ ਆਵੋ ਭਾਈਓ, ਗਲ ਮਿਲਹਿ ਮਿਲ ਮਿਲ ਦੇ ਆਸੀਸਾਂ ਹੈ। ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇ ਅਸੀਸਾਂ ਹੈ। ਅਸੀਸਾਂ ਦੇਵੋ ਭਗਤ ਕਰੇਵੋ, ਮੇਲਿਆਂ ਕਾ ਕਿਆ ਮੇਲੋ। ਇੱਕ ਭੁੱਲੇ ਨਾਵੋ ਥੇਵੋ ਥਾਵੋ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚੈ ਵਿਸੇ। ਸਾਜਨ ਸੈਨ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਂਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁਖ ਲੇਖ ਲਖਾਇਆ। ਲਿਖਿਆੜਾ ਸ਼ਾਹਾ ਨ ਟੱਲੈ, ਜਿਹੜਾ ਪੁਰਬ ਕਮਾਇਆ। ਬਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣਿਆਰੀ ਕਾਮਣ ਪਾਏ, ਬਹੁ ਰੰਗੀ ਗਲ ਧਾਗਾ। ਹੋਛੀ ਮਤ ਪਿਆ ਮਨ ਹੋਛਾ, ਗੁਰਸਾ ਮੱਖੀ ਖਾਇਆ। ਨਾ ਮਰ ਜਾਦ ਆਇਆ, ਕਲ ਪੀਤਰ ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ। ਲਿਖਿਆੜਾ ਲੇਖ ਨਾ ਮੇਟੀਐ, ਦਰ ਹਕਰਾੜਾ ਆਇਆ ਹੈ। ਹਕਾਰਾ ਆਇਆ ਜਾਂ ਤਿਸ ਪਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸਮਾਲੇ, ਕੋ ਮਰੈ ਨ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੇ ਸੱਚ ਸੰਭਾਲੇ। ਜਦੋਂ ਸਤਿਗੁਰੂ ਜੀ ਨੇ ਇਹ ਸ਼ਬਦ ਕਿਹਾ, ਸਾਰੇ ਚੁੱਪ ਕਰ ਗਏ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਉਹਨਾਂ ਨੇ ਸਤਿਗੁਰੂ ਦੀ ਗੱਲ ਮੰਨੀ।
ਮੇਰੇ ਸਤਿਗੁਰੂ ਜੀ ਨੇ ਸਾਰੀ ਅਲਾਣੀ ਦੀ ਬਾਣੀ ਉਸ ਰਾਮਚੰਦਰ ਖੋਸਲੇ ਖੱਤਰੀ ਦੇ ਘਰ ਉਚਾਰਨ ਕੀਤੀ। ਸਤਿਗੁਰੂ ਜੀ ਦੇ ਕਹਿਣ ਅਨੁਸਾਰ ਸਰੀਰ ਦਾ ਬਬਾਨ ਤਿਆਰ ਕੀਤਾ ਗਿਆ। ਮਸਾਨ ਨੂੰ ਖੜਿਆ ਤੇ ਜਾ ਕੇ ਅੰਗੀਆਂ ਸੰਗੀਆਂ ਨੇ ਇਕੱਤਰ ਹੋ ਕੇ ਸੰਸਕਾਰ ਕਰ ਦਿੱਤਾ। ਆਖਣ ਲੱਗੇ, ਦੀਨ ਦਿਆਲ ਜੀ, ਇਹ ਆਪ ਦਾ ਦਰਸ਼ਨ ਕਰਨ ਵਾਸਤੇ ਆਇਆ ਸੀ, ਤੁਸੀਂ ਹੱਥ ਜੋੜੇ ਜੋ ਇਸ ਦੀ ਮੁਕਤੀ ਹੋ ਜਾਵੇ। ਗੁਰੂ ਨਾਨਕ ਜੀ ਕਿਹਾ, ਮਰਦਾਨਿਆਂ, ਇਸ ਦੀ ਮੁਕਤੀ ਹੋ ਜਾਏਗੀ। ਜਿਹੜਾ ਜੀਵ ਵੀ ਅਲਾਣੀਆਂ ਦਾ ਜਾਪ ਸਰਵਣ ਕਰੇਗਾ, ਜਿਸ ਪ੍ਰਾਣੀ ਉੱਤੇ 112 ਕੂਹਾਂ ਤੱਕ ਜਿਹੜਾ ਇਸ ਅਲਾਣੀਆਂ ਦੀ ਬਾਣੀ ਨੂੰ ਸਰਵਣ ਕਰੇਗਾ, ਉਸ ਦੀ ਮੋਕਸ਼ ਹੋ ਜਾਵੇਗੀ, ਉਹਦਾ ਉਧਾਰ ਹੋ ਜਾਵੇਗਾ। ਜਿਸ ਤਰ੍ਹਾਂ ਰਾਮਚੰਦਰ ਖੋਸਲੇ ਖੱਤਰੀ ਦਾ ਉਧਾਰ ਹੋਇਆ, ਇਸੇ ਤਰ੍ਹਾਂ ਉਹਦਾ ਉਧਾਰ ਹੋ ਜਾਏਗਾ। ਜਿਹੜਾ ਵੀ ਪ੍ਰੇਮ ਸਹਿਤ ਜਿਉਂਦਿਆਂ ਜੀ ਅਲਾਣੀਆਂ ਦੀ ਬਾਣੀ ਨੂੰ ਸਰਵਣ ਕਰੇਗਾ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਿਲੰਗ ਪਿੰਡ ਵਿਖੇ ਅਲਾਣੀਆਂ ਦੀ ਬਾਣੀ ਉਚਾਰਨ ਕੀਤੀ ਸੀ। ਸਰਬੱਤ ਸੰਗਤ ਆਖੋ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ।